जिहा पिंड दा सरपंच है जिसने पिंड दा विकास भी कराया। पर नाल घर की एक तस्वीर भी दिखावांगे। आम तौर पर बहुत सारे जिहड़े सरपंचां दी कोठियां जिहड़ियां बड़ियां वड्डियां वड्डियां हुंदियां ने, एक मध्यम जे परिवार दे विच इह सरपंच हैगा। ਤੁਹਾਨੂੰ ਵੋਟ ਲੋਕਾਂ ਨੇ ਜਦੋਂ ਚੁਣਿਆ ਤਾਂ ਕੀ ਦੇਖਿਆ ਗਿਆ ਕਿ ਸੁਖਜੀਤ ਕੌਰ ਨੂੰ ਵੋਟ ਪਾਉਣੀ ਹੈ ਤਾਂ ਕਿਉਂ ਪਾਉਣੀ ਹੈ? ਸਰਪੰਚੀ ਜੇ ਮਹਿਲਾ ਦੇ ਕੋਲ ਆ ਜਾਂਦੀ ਹੈ ਤਾਂ ਕੰਮ ਸਾਰੇ ਬੰਦਾ ਕਰਵਾਉਂਦਾ ਹੈ ਨਾ, ਤਾਂ ਇਹ ਵੀ ਘਰ ਰਹਿੰਦੇ ਨੇ ਤੇ ਤੁਸੀਂ ਸਾਰੇ ਕੰਮਕਾਜ ਕਰਵਾਉਂਦੇ ਹੋ ਤਾਂ ਇਹ ਬਾਹਰ ਕਿਉਂ ਨਹੀਂ ਜਾਂਦੇ? ਘਰੇ ਵੀ ਕੰਮਕਾਰ ਕਰਨੇ ਹੁੰਦੇ ਆ ਜੀ, ਉਹਦਾ ਕਰਕੇ ਜੀ ਮੈਨੂੰ ਹੀ ਫਿਰ ਸਾਰਾ ਕੰਮ ਕਰਨਾ ਪੈਂਦਾ ਜੀ। ਹੁਣ ਆਪਣੀ ਦੁਕਾਨ ਵੀ ਆ ਜੀ ਕਲਿਆਣ ਸੁੱਖੇ ਜੀ। ਇਹਦੇ ਨਾਲ ਸੁਬਾਹ ਅਖਬਾਰ ਵੀ ਵੰਡਦੇ ਆ ਜੀ, 3 ਪਿੰਡਾਂ 'ਚ ਵੰਡਦੇ ਆ ਜੀ। ਆਪਾਂ ਨਾਥਪੁਰਾ ਜੀ ਬੱਜੋਆਣਾ ਮੇਰਾ ਪਿੰਡ ਹੈ ਜੀ ਆਪਦਾ। ਉਸ ਤੋਂ ਬਾਅਦ ਆਪਾਂ ਜੀ ਮੰਡੀ 'ਚ ਵੀ ਸੀਜ਼ਨ ਲਾਉਂਦੇ ਆ ਜੀ, ਉੱਥੇ ਪਾਣੀ ਤੇ ਡਿਊਟੀ ਹੁੰਦੀ ਹੈ ਜੀ ਮੇਰੀ। ਗੁਜ਼ਾਰਾ ਕਿੱਦਾਂ ਚੱਲਦਾ ਆ? ਤੁਸੀਂ ਬਸ ਉਸੇ ਪੈਂਚਰਾਂ ਵਾਲੀ ਦੁਕਾਨ ਤੋਂ ਹੀ ਗੁਜ਼ਾਰਾ ਕਰਦੇ ਹੋ? ਜੀ ਉੱਥੋਂ ਹੀ ਕਰਦੇ ਆ ਜੀ, ਬਸ ਜਾਂ ਅਖਬਾਰ ਦਾ ਜੀ ਜਾਂ ਮੰਡੀ ਦੇ ਵਿੱਚ ਸੀਜ਼ਨ ਲਾਉਂਦੇ ਜੀ। ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ। ਹੁਣ ਇਹ ਆਪਣੇ ਸਰਪੰਚ ਸਾਹਿਬ ਆ ਜੀ ਸੁਖਜੀਤ ਕੌਰ ਆ, ਇਹ ਵੀ ਹੁਣ ਜਣੇ ਨਰੇਗਾ ਵਾਲੀ ਦਿਹਾੜੀ ਕਰਦੇ ਆ। ਦਿਹਾੜੀ ਕਿੰਨੀ ਕੁ ਮਿਲ ਜਾਂਦੀ ਹੈ? ਦਿਹਾੜੀ ਉਹੀ 282 ਮਿਲਦੀ ਹੈ। 282 ਰੁਪਏ ਤੁਹਾਨੂੰ ਮਿਲਦੇ ਪੂਰੇ ਦਿਨ 'ਚ? ਕੰਮ ਕਿੰਨੇ ਘੰਟੇ ਕਰਨਾ? ਇਹਨੂੰ ਕਹਿੰਦੇ ਆ ਮਿਹਨਤ ਵੀ ਕਰਨੀ। ਦੇਖੋ ਜ਼ਿੰਮੇਵਾਰੀ ਪਿੰਡ ਦੀ ਵੀ ਬੜੀ ਵੱਡੀ ਸਾਂਭੀ ਬੈਠੇ ਆ ਤੇ ਉੱਪਰੋਂ ਦਿਹਾੜੀ ਵੀ ਕਰਦੇ ਆ। ਇਹ ਨਹੀਂ ਕਹਿੰਦੇ ਕਿ ਸਰਪੰਚੀ ਸਾਡੇ ਹਿੱਸੇ ਕੋਈ ਨਹੀਂ, ਗ੍ਰਾਂਟ ਆਊਗੀ 4 ਪੈਸੇ ਵਿੱਚੋਂ ਬਚਾ ਕੇ ਜੇ ਰੱਖ ਲਾਂਗੇ ਖਾ ਲਾਂਗੇ। ਆਓ ਫਿਰ ਆਪਾਂ ਚੱਲਦੇ ਹਾਂ ਜੀ ਤੁਹਾਡੀ ਦੁਕਾਨ ਵੱਲ। ਭਾਜੀ ਐਵੇਂ ਹੁੰਦਾ ਕਈ ਵਾਰ ਕਿ ਤੁਹਾਡੀ ਦੁਕਾਨ ਕਈ ਦਿਨ ਬੰਦ ਵੀ ਰਹਿੰਦੀ ਹੋਵੇ? ਹਾਂਜੀ ਬੰਦ ਰਹਿੰਦੀ ਹੈ, ਜਦੋਂ ਕੋਈ ਕੰਮ ਧੰਦਾ ਹੁੰਦਾ ਉਦੋਂ ਬੰਦ ਵੀ ਰਹਿੰਦੀ ਹੈ ਜੀ। 5 ਬੇਟੀਆਂ ਤੁਹਾਡੀਆਂ ਔਰ ਫਾਦਰ ਤੇ ਮਦਰ ਵੀ ਤੁਹਾਡੇ ਨਾਲ ਹੀ ਆ ਨਾ। ਮੈਂ ਦੇਖ ਰਹੀ ਸੀ ਕਿ ਫਾਦਰ ਸਾਹਿਬ ਵੀ ਕੋਈ ਬਿਮਾਰ ਚੱਲ ਰਹੇ ਸਰੀਰਕ ਪੱਖੋਂ, ਮੈਂ ਦੇਖ ਰਹੀ ਸੀ ਉਹਨਾਂ ਨੂੰ। ਹਾਂਜੀ 8 ਸਾਲ ਹੋ ਗਏ ਜੀ, ਅਧਰੰਗ ਹੈ ਜੀ ਉਹਨਾਂ ਨੂੰ ਜੀ। ਸਰਪੰਚ ਸਾਹਿਬ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਘਰ ਦੀ ਗਰੀਬੀ ਦੇ ਆਰਥਿਕ ਪੱਖੋਂ ਤੁਸੀਂ ਬੜੇ ਗਰੀਬ ਹੈਗੇ ਹੋ ਹੈ ਨਾ, ਬੜਾ ਮੁਸ਼ਕਲ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ। ਤੁਹਾਡੀ ਪਤਨੀ ਜਿਹੜੀ ਦਿਹਾੜੀ ਕਰਦੀ ਹੈ, ਤੁਸੀਂ ਵੀ ਦਿਹਾੜੀ ਹੋ, ਤਾਂ ਕਿਵੇਂ ਸਾਰਾ ਕੁਝ ਕਰਦੇ ਹੋ ਤੁਸੀਂ? ਮੈਨੇ ਬਸ ਕਰਨਾ ਪੈਂਦਾ ਜੀ, ਮਾਲਕ ਹੀ ਜੋ ਕਰੀ ਜਾਂਦਾ ਜੀ, ਬਸ ਕਰਾਈ ਜਾਂਦਾ ਜੀ। 4 ਸਵੇਰੇ ਜੀ ਉਹੀ ਹੈ। ਪਿੰਡ ਦੀ ਜ਼ਿੰਮੇਵਾਰੀ ਮੋਢਿਆਂ ਦੇ ਉੱਪਰ ਹੈਗੀ ਹੈ। ਲੋਕਾਂ ਨੇ ਇਹਨਾਂ ਨੂੰ ਵੋਟ ਪਾ ਕੇ ਚੁਣਿਆ ਕਿਉਂਕਿ ਇਹਨਾਂ ਦੀ ਇਮਾਨਦਾਰੀ ਸੀ। ਇਮਾਨਦਾਰੀ ਕਿਵੇਂ ਕਿ ਇੱਥੇ ਵੀ ਸਰਪੰਚੀ ਬੇਸ਼ੱਕ ਹੈਗੀ, ਸਰਪੰਚੀ ਤੋਂ ਪਹਿਲਾਂ ਇੱਥੇ ਪੈਂਚਰ ਲਵਾਇਆ ਕਰਦੇ ਸੀ, ਫਿਰ ਸਵੇਰੇ ਉੱਠ ਕੇ ਅਖਬਾਰਾਂ ਵੇਚਣ ਜਾਇਆ ਕਰਦੇ ਨੇ। ਬੇਟਾ ਵੀ ਨਹੀਂ ਹੈ, 5 ਬੇਟੀਆਂ ਨੇ ਔਰ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ। ਤੇ ਤੁਹਾਡੀ ਮਦਦ ਦੀ ਬਿਲਕੁਲ ਇਹਨਾਂ ਨੂੰ ਲੋੜ ਹੈ। ਤਾਂ ਕੀ ਕਹਿਣਾ ਚਾਹੋਗੇ? ਕਿਉਂਕਿ ਸਾਰੇ ਪੰਜਾਬੀ ਤੁਹਾਡੇ ਵੱਲ ਨੇ ਔਰ ਬਹੁਤ ਸਾਰੇ ਪੰਜਾਬੀ ਹੈਲਪ ਵੀ ਕਰਦੇ ਨੇ, ਮਦਦ ਵੀ ਕਰਦੇ ਨੇ। ਹਾਂਜੀ ਆਪਾਂ ਤਾਂ ਇਹੀ ਕਹਿੰਦੇ ਜੇ ਕੋਈ ਮਦਦ ਕਰਨੀ ਚਾਹੁੰਦਾ ਜੀ ਕੁੜੀਆਂ ਦੀ ਕਰ ਸਕਦਾ ਜੀ, ਕੁੜੀਆਂ ਦੀ ਪੜ੍ਹਾਈ ਵਾਸਤੇ ਜੀ। ਹਾਂਜੀ ਵਿਆਹ ਵੀ ਕਰਨੇ ਜੀ ਹੁਣ ਇਹ ਦੁਆਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਇਹ ਗਾਣਾ ਤੁਸੀਂ ਸੁਣਿਆ ਹੋਵੇਗਾ, ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਉਹ ਇਹ ਗਾਣਾ ਉਸ ਵੇਲੇ ਕਿਉਂ ਬਣਿਆ ਸੀ? ਕਿਉਂਕਿ ਉਦੋਂ ਇਹ ਸਮਾਂ ਕਿਹਾ ਜਾਂਦਾ ਕਿ ਸਰਪੰਚ ਜਿੱਤਦੇ ਨੇ, ਗਰਾਂਟਾਂ ਲੈ ਲੈਂਦੇ ਨੇ, ਪਰ ਕਦੇ ਵੀ ਵਿਕਾਸ ਕੰਮ ਨਹੀਂ ਕਰਾਉਂਦੇ, ਆਪਦੀਆਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲੈਂਦੇ ਨੇ। ਫਿਰ ਹੌਲੀ ਹੌਲੀ ਸਮਾਂ ਬੀਤਦਾ ਗਿਆ, ਸਰਪੰਚਾਂ ਨੂੰ ਲੱਗਾ ਕਿ ਸਾਨੂੰ ਲੋਕ ਚੁਣਦੇ ਨੇ, ਅਸੀਂ ਕੰਮਕਾਜ ਕਰਵਾਉਣੇ ਨੇ। ਔਰ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਅਜਿਹੇ ਨੇ ਜੋ ਆਪਣੇ ਪਿੰਡ ਨੂੰ ਤਰਜੀਹ ਦਿੰਦੇ ਨੇ, ਆਪਣੇ ਪਿੰਡ ਦਾ ਵਿਕਾਸ ਕਾਰਜ ਕਰਵਾਉਂਦੇ ਨੇ, ਪਰ ਉਹਨਾਂ ਨੇ ਕਦੇ ਉਸ ਗ੍ਰਾਂਟ ਦੀ
ਗਲਤ ਵਰਤੋਂ ਨਹੀਂ ਕੀਤੀ। ਔਰ ਇੱਕ ਇਹੋ ਜਿਹਾ ਪਿੰਡ ਦਾ ਸਰਪੰਚ ਹੈ ਜਿਸ ਨੇ ਪਿੰਡ ਦਾ ਵਿਕਾਸ ਵੀ ਕਰਾਇਆ, ਪਰ ਨਾਲ ਆ ਘਰ ਦੀ ਇੱਕ ਤਸਵੀਰ ਵੀ ਦਿਖਾਵਾਂਗੇ। ਆਮ ਤੌਰ ਤੇ ਬਹੁਤ ਸਾਰੇ ਜਿਹੜੇ ਸਰਪੰਚਾਂ ਦੀਆਂ ਕੋਠੀਆਂ ਜਿਹੜੀਆਂ ਬੜੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ, ਇੱਕ ਮੱਧਮ ਜੇ ਪਰਿਵਾਰ ਦੇ ਵਿੱਚ ਇਹ ਸਰਪੰਚ ਹੈਗਾ। ਔਰ ਇਸ ਦੇ ਨਾਲ ਹੀ ਉਹ ਆਪ ਕੀ ਕੰਮ ਕਰਦੇ ਨੇ, ਘਰ ਘਰ ਜਾ ਕੇ ਸਵੇਰ ਵੇਲੇ ਪਹਿਲਾਂ ਅਖਬਾਰਾਂ ਵੰਡਦੇ ਨੇ, ਫਿਰ ਉਸ ਤੋਂ ਬਾਅਦ ਉਹ ਪੈਂਚਰਾਂ ਦੀ ਦੁਕਾਨ ਵੀ ਕਰਦੇ ਨੇ। ਤਾਂ ਆਪ ਹੱਥੀਂ ਕਿਰਤ ਕਰਦੇ, ਲੋਕਾਂ ਦੇ ਕੰਮ ਵੀ ਕਰਾਏ ਨੇ, ਵਿਕਾਸ ਕਾਰਜ ਵੀ ਕਰਵਾਇਆ। ਤਾਂ ਵੈਸੇ ਜਿਹੜੀ ਸਰਪੰਚੀ ਹੈ ਉਹਨਾਂ ਦੀ ਪਤਨੀ ਸੁਖਜੀਤ ਕੌਰ ਹੁਣਾਂ ਦੇ ਕੋਲ ਹੈ, ਪਰ ਸਾਰੇ ਜਿਹੜੇ ਕੰਮਕਾਜ ਨੇ ਉਹ ਆਪ ਬਿੰਦਰ ਸਿੰਘ ਹੋਣੀ ਦੇਖਦੇ ਨੇ। ਸੋ ਸਾਡੇ ਨਾਲ ਮੌਜੂਦ ਨੇ, ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਇੱਕ ਵਾਰ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਸੀਂ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਹਾਂਜੀ ਠੀਕ ਹੈ ਜੀ। ਸੋ ਅਸੀਂ ਦੇਖ ਰਹੇ ਹਾਂ ਕਿ ਆਮ ਤੌਰ ਤੇ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਹੁੰਦੇ ਨੇ। ਹੁਣ ਤਾਂ ਪਿੰਡ ਬਹੁਤ ਸਾਰੇ ਸਰਪੰਚ ਅਜਿਹੇ ਹੈ ਜਿਨ੍ਹਾਂ ਨੇ ਬਹੁਤ ਵਿਕਾਸ ਕਾਰਜ ਕਰਵਾਇਆ, ਆਪਣੇ ਪਿੰਡਾਂ ਦੀ ਤਸਵੀਰ ਬਦਲੀ ਹੈ। ਤੁਹਾਡਾ ਪਿੰਡ ਵੀ ਦੇਖ ਰਿਹਾ ਸੀ, ਬੜਾ ਸੋਹਣਾ ਵਿਕਾਸ ਕਾਰਜ ਵੀ ਹੋਏ ਨੇ, ਪਰ ਵੱਡੀਆਂ ਵੱਡੀਆਂ ਕੋਠੀਆਂ ਸਰਪੰਚ ਉਦੋਂ ਖੜੀਆਂ ਕਰ ਲੈਂਦੇ, ਸਰਪੰਚੀ ਆਉਂਦੀ ਪਹਿਲਾਂ ਆਪਦੇ ਘਰ ਨੂੰ ਝਾਕਦਾ ਹੈ। ਪਰ ਤੁਹਾਡਾ ਘਰ ਬੜਾ ਹਾਲੇ ਵੀ, ਤੁਸੀਂ ਮੈਂ ਕਹਿ ਸਕਦੀ ਕਿ ਗਰੀਬੀ ਅਵਸਥਾ ਦੇ ਵਿੱਚੋਂ ਕੋਈ ਆਪ ਨਹੀਂ ਵੇਖਿਆ ਕਿ ਮੈਂ ਆਪਦਾ ਘਰ ਬਣਾਵਾਂ। ਤਾਂ ਇਹਨੂੰ ਕਿਵੇਂ ਦੇਖਦੇ ਹੋ? ਸਰਪੰਚੀ ਹਿੱਸੇ ਕਦੋਂ ਆਈ ਸੀ? ਇਹ 2019 ਚ ਬਣੇ ਸੀਗੇ ਜੀ ਸਰਪੰਚ ਆਪਾਂ ਜੀ। ਹਾਂਜੀ ਹਾਂਜੀ 2019 ਚ ਬਣੇ ਸੀਗੇ ਜੀ। ਹਾਂਜੀ ਹਾਂਜੀ। ਤੇ ਮੈਂ ਜਿੱਦਾਂ ਕਿਹਾ ਕਿ ਤੁਸੀਂ ਤੁਹਾਨੂੰ ਵੋਟਾਂ ਪਈਆਂ ਨੇ ਹਨਾ, ਤੇ ਤੁਹਾਨੂੰ ਵੋਟ ਲੋਕਾਂ ਨੇ ਜਦੋਂ ਚੁਣਿਆ ਤਾਂ ਕੀ ਦੇਖਿਆ ਗਿਆ ਕਿ ਸੁਖਜੀਤ ਕੌਰ ਨੂੰ ਵੋਟ ਪਾਉਣੀ ਹੈ, ਤਾਂ ਕਿਉਂ ਪਾਉਣੀ ਹੈ? ਸਾਰਿਆਂ ਨੇ ਪਿੰਡ ਦਾ ਇਹਨਾਂ ਨੇ ਐਂ ਸੋਚਿਆ ਸੀ ਜੀ, ਫਾਇਦਾ ਵੀ ਸਾਰੇ ਪਿੰਡ ਦੇ ਇਹ ਕੰਮ ਕਰੂਗਾ ਜੀ। ਹਾਂਜੀ। ਹਾਂਜੀ ਜਿੱਦਾਂ ਆਮ ਤੌਰ ਤੇ ਵੈਸੇ ਵੀ ਕਹਿੰਦੇ ਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਸਰਪੰਚੀ ਜੇ ਮਹਿਲਾ ਦੇ ਕੋਲ ਆ ਜਾਂਦੀ ਹੈ ਤਾਂ ਕੰਮ ਸਾਰੇ ਬੰਦਾ ਕਰਵਾਉਂਦਾ ਹੈ ਨਾ। ਤਾਂ ਇਹ ਵੀ ਘਰ ਰਹਿੰਦੇ ਨੇ ਤੇ ਤੁਸੀਂ ਸਾਰੇ ਕੰਮਕਾਜ ਕਰਵਾਉਂਦੇ ਹੋ, ਤਾਂ ਇਹ ਬਾਹਰ ਕਿਉਂ ਨਹੀਂ ਜਾਂਦੇ? ਬਾਹਰ ਜੀ ਹੁਣ ਘਰੇ ਵੀ ਕੰਮਕਾਰ ਕਰਨੇ ਹੁੰਦੇ ਆ ਜੀ, ਉਹਦਾ ਕਰਕੇ ਜੀ ਮੈਨੂੰ ਹੀ ਫਿਰ ਸਾਰਾ ਕੰਮ ਕਰਨਾ ਪੈਂਦਾ ਜੀ। ਹੁਣ ਆਪਣੀ ਦੁਕਾਨ ਵੀ ਆ ਜੀ ਕਲਿਆਣ ਸੁੱਖੇ ਜੀ। ਹਾਂਜੀ। ਤੇ ਇਹਦੇ ਨਾਲ ਨਾਲ ਸੁਬਾਹ ਅਖਬਾਰ ਵੀ ਵੰਡਦੇ ਆ ਜੀ, 3 ਪਿੰਡਾਂ 'ਚ ਵੰਡਦੇ ਆ ਜੀ ਆਪਾਂ। ਨਾਥਪੁਰਾ ਜੀ, ਬੱਜੋਆਣਾ ਮੇਰਾ ਪਿੰਡ ਹੈ ਜੀ ਆਪਦਾ। ਉਸ ਤੋਂ ਬਾਅਦ ਆਪਾਂ ਜੀ ਮੰਡੀ 'ਚ ਵੀ ਸੀਜ਼ਨ ਲਾਉਂਦੇ ਆ ਜੀ, ਉੱਥੇ ਪਾਣੀ 'ਤੇ ਡਿਊਟੀ ਹੁੰਦੀ ਹੈ ਜੀ ਮੇਰੀ। ਉਸੇ ਦਾ ਕਰਕੇ ਜਣੇ ਹਾੜੀ ਸੌਣੀ ਜਣੇ ਪਾਣੀ ਦੀ ਡਿਊਟੀ ਹੁੰਦੀ ਆ ਜੀ, ਉਹਦਾ ਕਰਕੇ ਉੱਥੇ ਜਣੇ ਕੰਮ ਵਧੀਆ ਦੇਖਿਆ ਜੀ ਪਿੰਡ ਵਾਲਿਆਂ ਨੇ, ਫਿਰ ਉਹਦਾ ਇਮਾਨਦਾਰੀ ਦੇਖੀ ਜੀ, ਉਹਦਾ ਕਰਕੇ ਮੈਨੂੰ ਜਣੇ ਸਰਪੰਚ ਚੁਣਿਆ ਜੀ ਇਹਨਾਂ ਨੂੰ। ਹਾਂਜੀ ਹਾਂਜੀ। ਜਦੋਂ ਵੋਟ ਹੋਈ ਸੀ 2019 ਚ ਕਾਂਗਰਸ ਪਾਰਟੀ ਵੱਲੋਂ ਤੁਸੀਂ ਖੜੇ ਹੋਏ ਸੀ ਹਨਾ, ਤਾਂ ਉਦੋਂ ਪਿੰਡ ਦੇ ਲੋਕਾਂ ਤੱਕ ਤੁਸੀਂ ਦਰਵਾਜ਼ੇ ਜਦੋਂ ਖੜਕਾਏ ਲੋਕਾਂ ਦੇ ਕਿ ਸਾਨੂੰ ਵੋਟ ਪਾਇਓ, ਅਸੀਂ ਤੁਹਾਡੇ ਵਿਕਾਸ ਕਾਰਜ ਕਰਾਵਾਂਗੇ, ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੇ ਕਿੰਨੇ ਕੰਮ ਕਰਾਏ ਸੀ ਤੇ ਤੁਹਾਡੇ ਤੇ ਯਕੀਨ ਕਿਸ ਤਰੀਕੇ ਨਾਲ ਕੀਤਾ ਗਿਆ? ਤੁਹਾਡੀ ਕਿਹੜੀ ਗੱਲ ਪਿੰਡ ਵਾਲਿਆਂ ਦਾ ਦਿਲ ਜਿੱਤ ਕੇ ਲੈ ਗਈ? ਬਸ ਜੀ ਇਸੇ ਇਮਾਨਦਾਰੀ ਹੁੰਦੀ ਆ ਜੀ, ਵੱਡੀ ਗੱਲ ਤਾਂ ਇਮਾਨਦਾਰੀ ਦਾ ਕਰਕੇ ਉਹ ਹੋ ਗਏ ਜੀ। ਇੱਕ ਪਿੰਡ ਆਪਾਂ ਮੰਡੀ ਦੇ ਵਿੱਚ ਹੀ ਕੰਮ ਕਰਦੇ ਸੀ, ਉਹਦਾ ਕਰਕੇ ਜਣੇ ਮੰਡੀ ਪਿੰਡ ਵਾਲਿਆਂ ਨੂੰ ਆਪਾਂ ਨੂੰ ਜਣੇ ਇਮਾਨਦਾਰੀ ਲੱਗੀ ਜੀ, ਵਧੀਆ ਉਹ ਹੋਇਆ ਜੀ ਆਪਣਾ ਜਿਹੜੇ ਹਿਸਾਬ ਨਾਲ ਵੀ ਉਹ ਸੀਗਾ। ਹਾਂਜੀ। ਇੱਕ ਐਤਕੀ ਆਪਣੀ ਰਿਜ਼ਰਵ ਸੀਟ ਸੀਗੀ ਜੀ, ਉਹਦਾ ਕਰਕੇ ਫਿਰ ਆਪਾਂ ਨੂੰ ਜਣੇ ਇੱਧਰ ਜਣੇ ਚੁਣ ਲਿਆ ਜੀ, ਤੇ ਪਿੰਡ ਵਾਲਿਆਂ ਨੇ ਬਣਵਾਇਆ ਜੀ ਆਪਾਂ ਨੂੰ। ਸਾਰੀ ਪਿੰਡ ਵਾਲਿਆਂ ਨੇ ਬਹੁਤ ਹੈਲਪ ਕਰੀ ਹੈ ਜੀ ਆਪਣੀ। ਹਾਂਜੀ। ਜੇਕਰ ਗੱਲ ਕਰੀਏ ਜਦੋਂ ਤੁਹਾਡੇ ਕੋਲ ਹਿੱਸੇ ਸਰਪੰਚੀ ਆਈ, ਬੜਾ ਖੁਸ਼ੀ ਵਾਲਾ ਸਮਾਂ ਹੁੰਦਾ ਕਿ ਹੁਣ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਹਨਾ। ਤਾਂ ਇਹ ਕਈ ਪਿੰਡਾਂ ਦੀਆਂ ਔਰਤਾਂ ਵੀ ਅਜਿਹੀਆਂ ਹੁੰਦੀਆਂ ਨੇ ਕਿ ਹੁਣ ਚਲੋ ਸਰਪੰਚਣੀ ਆ ਗਈ ਸਾਡੇ ਪਿੰਡ ਦੀ, ਤੇ ਉਹ ਵਧੀਆ ਸਾਡੀ ਗੱਲ ਵੀ ਸੁਣੇਗੀ। ਕਈ ਉਹਨਾਂ ਦੇ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਝ ਨਹੀਂ ਆ ਪਾਉਂਦੀਆਂ, ਉਹ ਹੱਲ ਨਹੀਂ ਕਰ ਸਕਦੀਆਂ, ਤਾਂ ਉਹਨੂੰ ਇਹ ਹੁੰਦਾ ਕਿ ਅਸੀਂ ਸਰਪੰਚਣੀ ਕੋਲ ਜਾਵਾਂਗੇ, ਸਾਡੇ ਮਸਲੇ ਹੱਲ ਹੋ ਜਾਣਗੇ। ਤਾਂ ਪਿੰਡਾਂ ਦੀਆਂ ਔਰਤਾਂ ਦੇ ਲਈ ਵੀ ਤੁਸੀਂ ਕੋਈ ਕੰਮਕਾਜ ਕੀਤਾ ਜੀ? ਹਾਂਜੀ ਹਾਂਜੀ ਕਰੇ ਆ ਜੀ ਕੰਮ ਬਹੁਤ। ਹਾਂਜੀ। ਤੁਸੀਂ ਕੀ ਜਿਹੜੇ ਕੰਮ ਨੇ ਪਿੰਡ ਵਾਲਿਆਂ ਵਾਸਤੇ ਤੁਸੀਂ ਕਰਵਾਏ? ਅਸੀਂ ਖਵਾਨੇ ਬਣਾਏ ਆ ਜੀ। ਪਖਾਨੇ ਬਣਾਏ। ਹਾਂਜੀ ਪਖਾਨੇ ਬਣਾਏ ਆ। ਹਾਂਜੀ। ਵੱਡੀ ਸਮੱਸਿਆ ਸੀ ਪਿੰਡ? ਹਾਂਜੀ ਵੱਡੀ ਸਮੱਸਿਆ ਇਹੀ ਸੀ ਜੀ, ਸਾਰੇ ਔਖੇ ਹੁੰਦੇ ਸੀ ਪਿੰਡ ਦੇ ਜੀ ਔਰਤਾਂ। ਕਿੰਨੇ ਬਣਵਾਏ? 40 ਕੁ ਬਣਾਏ ਆ ਜੀ। ਜਿੱਦਾਂ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਈ ਪਿੰਡਾਂ 'ਚ, ਲੋਕੀ ਪਖਾਨੇ ਲਈ ਜੰਗਲ ਪਾਣੀ ਦੇ ਲਈ ਬਾਹਰ ਜਾਂਦੇ ਹੈਗੇ ਹਨਾ, ਤਾਂ ਫਿਰ ਤੁਸੀਂ ਪਖਾਨਿਆਂ ਦਾ ਕੰਮ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਹਿੱਸੇ ਹੈ ਜੀ? ਹਾਂਜੀ ਹਾਂਜੀ ਪਖਾਨੇ ਬਣਾਏ ਜੀ ਪਹਿਲਾਂ ਅਸੀਂ। ਉਸ ਤੋਂ ਬਾਅਦ ਪਾਣੀ ਦੀ ਦਿੱਕਤ ਆਉਂਦੀ ਸੀ, ਇੱਕ ਅਸੀਂ ਜੀ ਵਿਹੜੇ ਦੇ ਵਿੱਚ ਜਣੇ ਮੋਟਰ ਲਵਾਈ ਆ ਜੀ, ਵੀ ਪਾਣੀ ਦੀ ਦਿੱਕਤ ਨਾ ਆਵੇ ਜੀ। ਪਾਣੀ ਦਾ ਕਰਕੇ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਸੀ ਪਾਣੀ ਦਾ ਜੀ। ਹਾਂਜੀ। ਹੁਣ ਘਰਾਂ ਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ। ਜੇਕਰ
ਫਿਰ ਗੱਲ ਕਰੀਏ ਤਾਂ ਜਿਵੇਂ ਤੁਹਾਡੇ ਵੱਡੀ ਜ਼ਿੰਮੇਵਾਰੀ ਪੂਰੇ ਪਿੰਡ ਦੀ ਵੀ ਹੈਗੀ ਆ ਹਨਾ, ਪਰ ਦੂਸਰੇ ਪਾਸੇ ਨਾਲ ਤੁਸੀਂ ਅਖਬਾਰਾਂ ਵੰਡਦੇ ਹੋ ਸਵੇਰੇ ਜਾ ਕੇ। ਜਦੋਂ ਤੁਸੀਂ ਅਖਬਾਰ ਵੰਡਣ ਜਾਂਦੇ ਹੋ ਲਾਗਲੇ ਪਿੰਡਾਂ ਦੇ ਵਿੱਚ, ਇਹ ਅਖਬਾਰ ਵੇਚਣ ਵਾਲਾ ਕੰਮ ਸਰਪੰਚੀ ਤੋਂ ਪਹਿਲਾਂ ਵੀ ਕਰਦੇ ਸੀਗੇ? ਹਾਂਜੀ ਸਰਪੰਚੀ ਤੋਂ ਪਹਿਲਾਂ ਦਾ ਕਰਦੇ ਹਾਂ ਜੀ, 2003 ਚ ਸ਼ੁਰੂ ਕਰਿਆ ਜੀ ਆਪਣਾ ਇਹ ਅਖਬਾਰਾਂ ਦਾ ਕੰਮ ਕਰਦੇ ਹਾਂ ਜੀ। ਤੇ ਜਿਹੜੀ ਦੁਕਾਨ ਹੈ ਜੀ ਆਪਣੀ ਉਹ ਜਣੇ 22 ਸਾਲ ਹੋ ਗਏ ਜੀ ਆਪਾਂ ਨੂੰ, ਸਨ 2000 ਚ ਕਰਦੇ ਹਾਂ ਜੀ। ਅੱਛਾ, ਤੇ ਜੇਕਰ ਅਸੀਂ ਗੱਲ ਕਰੀਏ ਸਰਪੰਚ ਸਾਹਿਬ, ਘਰ ਦੀ ਸਾਡੇ 'ਚ ਗਰੀਬੀ ਬਹੁਤ ਆ ਹਨਾ, ਤਾਂ ਫਿਰ ਗੁਜ਼ਾਰਾ ਕਿੱਦਾਂ ਚੱਲਦਾ ਆ? ਤੁਸੀਂ ਬਸ ਉਸੇ ਪੈਂਚਰਾਂ ਵਾਲੀ ਦੁਕਾਨ ਤੋਂ ਹੀ ਗੁਜ਼ਾਰਾ ਕਰਦੇ ਹੋ? ਹਾਂਜੀ ਉੱਥੋਂ ਹੀ ਕਰਦੇ ਹਾਂ ਜੀ, ਬਸ ਜਾਂ ਅਖਬਾਰ ਦਾ ਜੀ ਜਾਂ ਮੰਡੀ ਦੇ ਵਿੱਚ ਸੀਜ਼ਨ ਲਾਉਣਾ ਜੀ, ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ। ਹਾਂਜੀ ਮੰਡੀ ਦਾ ਉਹ ਕਰਦੇ ਹਾਂ ਜੀ। ਹੁਣ ਇਹ ਆਪਣੇ ਸਰਪੰਚ ਸਾਹਿਬ ਆ ਜੀ ਸੁਖਜੀਤ ਕੌਰ ਆ, ਇਹ ਵੀ ਹੁਣ ਜਣੇ ਨਰੇਗਾ ਵਾਲੀ ਦਿਹਾੜੀ ਕਰਦੇ ਆ ਜੀ। ਹਾਂਜੀ ਉਦੋਂ ਕੰਮ ਤੇ ਜਾਂਦੇ ਆ ਜੀ। ਹਾਂਜੀ ਤੁਸੀਂ ਦਿਹਾੜੀ ਤੇ ਵੀ ਜਾਂਦੇ ਹੋ? ਹਾਂਜੀ ਹਾਂਜੀ। ਤੇ ਫਿਰ ਦਿਹਾੜੀ ਕਿੰਨੀ ਕੁ ਮਿਲ ਜਾਂਦੀ ਹੈ? ਦਿਹਾੜੀ ਉਹੀ 282 ਮਿਲਦੇ ਆ ਜੀ। 282 ਰੁਪਏ ਤੁਹਾਨੂੰ ਮਿਲਦੇ ਪੂਰੇ ਦਿਨ 'ਚ? ਤੇ ਕੰਮ ਕਿੰਨੇ ਘੰਟੇ ਕਰਨਾ? ਕੰਮ 8 ਘੰਟੇ ਜੀ। 8 ਘੰਟੇ ਕੰਮ ਤੇ 282 ਰੁਪਏ ਜਿਹੜੀ ਦਿਹਾੜੀ ਹੈ, ਤੇ ਕੰਮ ਤੁਸੀਂ ਧੁੱਪੇ ਮਰ ਕੇ ਕਰਦੇ ਹੋ? ਹਾਂਜੀ ਹਾਂਜੀ ਇਹੀ ਇੰਨੀ ਮਿਹਨਤ ਕਰਦੇ ਆ ਜੀ ਅਸੀਂ। ਸੋ ਜੇ ਇਹਨੂੰ ਕਹਿੰਦੇ ਆ ਮਿਹਨਤ ਵੀ ਕਰਨੀ। ਦੇਖੋ ਜ਼ਿੰਮੇਵਾਰੀ ਪਿੰਡ ਦੀ ਵੀ ਬੜੀ ਵੱਡੀ ਸਾਂਭੀ ਬੈਠੇ ਆ, ਤੇ ਉੱਪਰੋਂ ਦਿਹਾੜੀ ਵੀ ਕਰਦੇ ਆ। ਇਹ ਨਹੀਂ ਕਹਿੰਦੇ ਕਿ ਸਰਪੰਚੀ ਸਾਡੇ ਹਿੱਸੇ ਕੋਈ ਨਹੀਂ, ਗ੍ਰਾਂਟ ਆਊਗੀ, ਜੇ 4 ਪੈਸੇ ਵਿੱਚੋਂ ਬਚਾ ਕੇ ਜੇ ਰੱਖ ਲਾਂਗੇ ਖਾ ਲਾਂਗੇ, ਤੇ ਜਾਂ ਫਿਰ ਕਿਸੇ ਤਰੀਕੇ ਨਾਲ ਅਸੀਂ ਸਰਪੰਚ ਹਾਂ, ਕੁਝ ਵੀ ਹੋ ਸਕਦਾ ਹੈ। ਇੱਕ ਵੱਡੀ ਜ਼ਿੰਮੇਵਾਰੀ ਪਿੰਡ ਦਾ ਮੋਹਤਬਾਰ ਮੁਖੀ ਹੁੰਦਾ ਹੈ ਸਰਪੰਚ, ਪਰ ਦੇਖੋ ਕਿ ਨਾਲ ਨਾਲ ਦਿਹਾੜੀਆਂ ਵੀ ਕਰਦੇ ਆ ਸਰਪੰਚ, ਪੈਂਚਰਾਂ ਦੀ ਦੁਕਾਨ ਵੀ, ਇਹਨਾਂ ਦੀ ਅਖਬਾਰਾਂ ਵੀ ਵੰਡਦੇ ਆ। ਤਾਂ ਕੁਛ ਨਾ ਕੁਛ ਜਿਹੜੀ ਸੇਧ ਜ਼ਰੂਰ ਲੈਣੀ ਚਾਹੀਦੀ ਕਿ ਸਾਨੂੰ ਚਾਹੇ ਜਿੰਨਾ ਮਰਜ਼ੀ ਵੱਡਾ ਅਹੁਦਾ ਮਿਲ ਜੇ, ਪਰ ਜੋ ਅਸੀਂ ਕੰਮ ਕਰਦੇ ਆ, ਹੱਥੀਂ ਕਿਰਤ ਕਰਦੇ ਆ, ਉਹ ਜ਼ਰੂਰ ਸਾਨੂੰ ਜਿਹੜਾ ਕਰਨਾ ਚਾਹੀਦਾ ਹੈ ਹਨਾ। ਸੋ ਇਹ ਤੁਹਾਡਾ ਵੱਡਪਣ ਆ। ਤਾਂ ਆਪਾਂ ਹੁਣ ਤੁਹਾਡੀ ਦੁਕਾਨ ਤੇ ਜਾਣਾ ਹੈਗਾ, ਤੁਹਾਡੀ ਦੁਕਾਨ ਤੇ ਜਾ ਕੇ ਨਾਲੇ ਤਸਵੀਰਾਂ ਦਿਖਾਉਣੇ ਆ ਕਿ ਤੁਸੀਂ ਕਿੱਥੇ ਪੈਂਚਰ ਲਗਾਉਂਦੇ ਆ। ਤਾਂ ਘਰ ਦੀ ਤਸਵੀਰ ਦਿਖਾਤੀ ਹੈਗੀ ਆ, ਤੇ ਨਾਲ ਇੱਕ ਪਿੰਡ ਦੀ ਵੀ ਨਜ਼ਰ ਮਰਾਵਾਂਗੇ ਕਿਹੜੇ ਕਿਹੜੇ ਵਿਕਾਸ ਕਾਰਜ ਕੀਤੇ। ਤੇ ਆਓ ਫਿਰ ਆਪਾਂ ਚੱਲਦੇ ਹਾਂ ਜੀ ਤੁਹਾਡੀ ਦੁਕਾਨ ਵੱਲੋਂ। ਸੋ ਬਿਲਕੁਲ ਜੀ, ਘਰ ਦੀਆਂ ਤਸਵੀਰਾਂ ਜਿੱਥੇ ਤੁਹਾਨੂੰ ਦਿਖਾਈਆਂ ਨੇ, ਔਰ ਕਿੰਨੀ ਘਰ ਦੇ ਵਿੱਚ ਹਾਲੇ ਗਰੀਬੀ ਵੀ ਹੈ। ਪਤਨੀ ਦਿਹਾੜੀਦਾਰ ਹੈ, ਆਪ ਵੀ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਘਰ ਦਾ ਗੁਜ਼ਾਰਾ ਕਰਦੇ ਨੇ, ਔਰ ਉਸ ਤੋਂ ਬਾਅਦ ਹੁਣ ਇਹ ਜਿੱਥੇ ਪੈਂਚਰ ਲਾਉਂਦੇ ਹੈਗੇ ਨੇ ਉਸ ਤੁਹਾਨੂੰ ਦੁਕਾਨ ਤੇ ਲੈ ਕੇ ਆਏ ਆ। ਤੁਹਾਨੂੰ ਤਸਵੀਰਾਂ ਵੀ ਦਿਖਾਤੀਆਂ ਨੇ ਕਿ ਸਰਪੰਚ ਸਾਹਿਬ ਇੱਥੇ ਪੈਂਚਰ ਵੀ ਲਾਉਂਦੇ ਨੇ। ਤਾਂ ਅੱਗੇ ਦੀ ਗੱਲਬਾਤ ਇਦਾਂ ਹੀ ਤੋਰਦੇ ਆ। ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਘਰੇ ਵੀ ਗੱਲ ਕੀਤੀ ਹੈ ਕਿ ਬੇਸ਼ੱਕ ਇੱਕ ਜ਼ਿੰਮੇਵਾਰੀ ਬੜੀ ਵੱਡੀ ਮੋਢਿਆਂ ਤੇ ਆ, ਪਿੰਡ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਪਿੰਡ ਦੇ ਸਾਰੇ ਲੋਕਾਂ ਦੇ ਵਿਕਾਸ ਕਾਰਜ ਵੀ ਕਰਾਉਣੇ ਹੈ, ਲੋਕਾਂ ਦੀਆਂ ਨਾਲ ਸੇਵਾ ਕੇਂਦਰਾਂ ਵਿੱਚ ਵੀ ਜਾਣਾ, ਕੋਈ ਪਹਿਲੀ ਬੰਨੇ ਦਾ ਕੋਈ ਰੌਲਾ ਹੁੰਦਾ ਉਹ ਵੀ ਸਰਪੰਚ ਸਾਹਿਬ ਨੂੰ ਨਿਬੇੜਨਾ ਹੁੰਦਾ ਹੈ ਨਾ। ਤਾਂ ਸਾਰੇ ਕੰਮ ਕਾਜ ਕਰਦੇ ਨਾਲ ਨਾਲ ਇੱਧਰ ਵੀ ਟਾਈਮ ਦੇਣਾ, ਇਹਨੂੰ ਕਿਵੇਂ ਮੈਨੇਜ ਕਰਦੇ ਹੋ ਤੁਸੀਂ? ਬਸ ਉਧਰੋਂ ਵਿਹਲੇ ਹੋ ਕੇ ਇੱਧਰ ਆਉਣਾ ਜੀ। ਉਧਰੋਂ ਜਦੋਂ ਟਾਈਮ ਉਧਰੋਂ ਲੱਗਦਾ ਜੀ ਉਦੋਂ ਹੀ ਆਉਂਦੇ ਆ ਜੀ। ਅੱਜ ਵੀ ਹੁਣ ਤੁਹਾਡੇ ਸਾਹਮਣੇ ਆ ਜੀ, ਵੀ ਉੱਥੋਂ ਹੁਣ ਤੁਹਾਡੇ ਨਾਲ ਕਿਵੇਂ ਆਏ ਜੀ। ਉੱਥੋਂ ਪਹਿਲਾਂ ਨਥਾਣੇ ਗਏ ਵੇ ਸੀਗੇ ਜੀ ਅਸੀਂ ਤਹਿਸੀਲ 'ਚ, ਉਧਰੋਂ ਜਦੋਂ ਕੰਮ ਨਿਬੜਿਆ ਜੀ ਫਿਰ ਤੁਹਾਡੇ ਨਾਲ ਇੱਧਰ ਆਏ ਆ ਜੀ। ਫਿਰ ਭਾਜੀ ਐਵੇਂ ਹੁੰਦਾ ਕਈ ਵਾਰ ਕਿ ਤੁਹਾਡੀ ਦੁਕਾਨ ਕਈ ਦਿਨ ਬੰਦ ਵੀ ਰਹਿੰਦੀ ਹੋਵੇਗੀ? ਹਾਂਜੀ ਬੰਦ ਰਹਿੰਦੀ ਹੈ, ਜਦੋਂ ਕੋਈ ਕੰਮ ਧੰਦਾ ਹੁੰਦਾ ਉਦੋਂ ਬੰਦ ਵੀ ਰਹਿੰਦੀ ਹੈ ਜੀ। ਜਿੱਦਾਂ ਪੈਂਚਰ ਦੀ ਗੱਲ ਕਰੀਏ ਤਾਂ ਇੱਕ ਪੈਂਚਰ ਦੇ ਕਿੰਨੇ ਕੁ ਰੁਪਈਏ ਹੁੰਦੇ ਨੇ? 20 ਰੁਪਏ ਜੀ ਇੱਕ ਪੈਂਚਰ ਦੇ ਜੀ। ਹਾਂਜੀ ਤੇ ਕੋਈ ਪੂਰੇ ਦਿਨ ਦੀ ਦਿਹਾੜੀ ਕਿੰਨੀ ਕੁ ਹੁੰਦੀ ਪੂਰਾ ਦਿਨ ਇੱਥੇ ਕੰਮ ਕਰਕੇ? ਬਸ ਜੀ ਪੂਰਾ ਦਿਨ ਖੁੱਲ੍ਹਦੀ ਨਹੀਂ, ਬਸ ਉਹ ਦੇਖੋ ਜੀ ਗਾਹਕ ਦੇ ਹਿਸਾਬ ਨਾਲ ਦਿਹਾੜੀ ਬਣਦੀ ਹੈ ਜੀ। ਜੇ ਹੁਣ ਗਾਹਕ ਆਊ ਤਾਂ ਫੇਰ ਹੀ ਹੈ ਜੀ। ਕਦੇ ਕਦੇ ਕਿੰਨੇ ਬਣ ਜਾਂਦੇ ਤੇ ਕਦੇ ਕਦੇ ਕੁਝ ਵੀ ਨਹੀਂ ਬਣਦਾ? ਹਾਂਜੀ ਕਿਸੇ ਕੋਈ ਦਿਨ ਇਹੋ ਜਿਹਾ ਆਉਂਦਾ ਜੀ ਜਿੱਦੇ ਜਮਾ ਵਿਹਲੇ ਬਹਿ ਕੇ ਮੁੜ ਜਾਈਦਾ ਜੀ। ਹਾਂਜੀ ਘਰ ਦੇ ਵਿੱਚ ਪਰਿਵਾਰ 'ਚ ਹੋਰ ਕੌਣ ਕੌਣ ਹੈ? ਬਸ ਮਾਈ ਬਾਪ ਆ ਜੀ ਤੇ ਦੋਨੇ ਜੀ ਅਸੀਂ ਆ ਜੀ, 5 ਗੁੱਡੀਆਂ ਜੀ ਆਪਣੇ ਕੁੜੀਆਂ ਜੀ। ਅੱਛਾ 5 ਕੁੜੀਆਂ ਤੁਹਾਡੀਆਂ? ਹਾਂਜੀ ਬੇਟਾ ਵੀ ਹੈਗਾ? ਨਹੀਂ ਜੀ ਬੇਟਾ ਹੈ ਨਹੀਂ ਜੀ। 5 ਬੇਟੀਆਂ ਤੁਹਾਡੀਆਂ, ਔਰ ਫਾਦਰ ਤੇ ਮਦਰ ਵੀ ਤੁਹਾਡੇ ਨਾਲ ਹੀ ਆ ਨਾ। ਮੈਂ ਦੇਖ ਰਹੀ ਸੀ ਕਿ ਫਾਦਰ ਸਾਹਿਬ ਵੀ ਕੋਈ ਬਿਮਾਰ ਚੱਲ ਰਹੇ ਨੇ ਸਰੀਰਕ ਪੱਖੋਂ, ਮੈਂ ਦੇਖ ਰਹੀ ਸੀ ਉਹਨਾਂ ਨੂੰ। ਹਾਂਜੀ 8 ਸਾਲ ਹੋ ਗਏ ਜੀ। ਅਧਰੰਗ ਹੈ ਜੀ ਉਹਨਾਂ ਨੂੰ ਜੀ, ਅਧਰੰਗ ਹੋ ਗਿਆ ਸੀਗਾ ਜੀ। ਉਹਨਾਂ ਦੀ ਇੱਕ ਬਾਂਹ ਖੜੀ ਹੈ ਜੀ। ਹਾਂਜੀ ਉਹਨਾਂ ਦੀ ਦਵਾਈ ਦਾਰੂ ਚੱਲਦੀ ਹੈ? ਹਾਂਜੀ ਚੱਲਦੀ ਹੈ ਜੀ ਦਵਾਈ ਜੀ। ਭਾਜੀ ਜਿੱਦਾਂ ਗੱਲ ਕਰੀਏ 5 ਬੇਟੀਆਂ ਵੀ ਨੇ, ਘਰ ਦਾ ਪੂਰਾ ਵੱਡਾ ਪਰਿਵਾਰ ਹੈ ਤੁਹਾਡਾ ਹੈ ਨਾ, 8-9 ਜੀ ਤੁਸੀਂ ਘਰ 'ਚ ਰਹਿੰਦੇ ਹੈਗੇ ਹੋ। ਔਰ ਇਹ ਜਦੋਂ 8-9 ਜਣਿਆਂ ਦੀ ਘਰ 'ਚ ਰੋਟੀ ਪੱਕਦੀ ਆ ਨਾ, ਤਾਂ ਕਮ ਸੇ ਕਮ ਸਾਨੂੰ ਸਾਰੇ ਚਾਹੀਦੀਆਂ ਰੋਜ਼ 2 ਟਾਈਮ ਦੀ ਰੋਟੀ ਵੀ ਨਾਲ ਦਾਲ ਸਬਜ਼ੀ ਵੀ ਚਾਹੀਦੀ ਹੈ ਤਾਜ਼ੀ ਹੈ ਨਾ। ਤਾਂ ਫਿਰ ਕਿੰਨਾ ਕੁ ਮੁਸ਼ਕਲ ਹੁੰਦਾ ਘਰ ਦਾ ਗੁਜ਼ਾਰਾ ਕਰਨਾ? ਮੁਸ਼ਕਲ ਤਾਂ ਹੈਗਾ ਜੀ, ਹੁਣ ਫਿਰ ਕਰਨਾ ਪੈਂਦਾ ਜੀ। ਹੁਣ ਜਦੋਂ ਜਿਹੇ ਹਿਸਾਬ ਨਾਲ ਸਮਾਂ ਜੀ ਉਸ ਹਿਸਾਬ ਨਾਲ ਸਮਾਂ ਲੰਘਾਉਣਾ ਪੈਂਦਾ ਜੀ। ਕਦੀ ਐਵੇਂ ਹੋਇਆ ਘਰ 'ਚ ਰੋਟੀ ਨਾ ਪੱਕੀ ਹੋਵੇ? ਨਹੀਂ ਜੀ ਇਸ ਤਰ੍ਹਾਂ ਨਹੀਂ ਹੋਇਆ ਜੀ। ਹਾਂਜੀ ਮਾਲਕ ਦੀ ਕਿਰਪਾ ਜੀ, ਤਾਂ ਜੀ। ਹਾਂਜੀ ਤੁਹਾਡੇ ਨਾਲ ਛੋਟੇ ਭਰਾ ਵੀ ਰਹਿੰਦੇ ਨੇ, ਉਹਨਾਂ ਦਾ ਘਰ ਵੀ ਸੇਮ ਹੈ ਬਣਿਆ, ਉਹ ਕੀ ਕਰਦੇ ਆ? ਉਹ ਵੀ ਬਸ ਦਿਹਾੜੀ ਕਰਦੇ ਆ ਜੀ ਉਹ ਵੀ। ਹਾਂਜੀ
ਦੱਸ ਰਹੇ ਸੀਗੇ ਸਰਪੰਚਨੀ ਜੀ ਕਹਿੰਦੇ ਕਿ ਅਸੀਂ ਨਾਲ ਝੋਨਾ ਵੀ ਲਾ ਕੇ ਆਉਂਦੇ, ਤੁਸੀਂ ਵੀ ਝੋਨਾ ਲਾਉਣ ਜਾਂਦੇ ਹੋ? ਹਾਂਜੀ ਉਹੀ ਜਾਂਦੇ ਆ ਜੀ, ਮੈਂ ਤਾਂ ਫਿਰ ਇੱਧਰ ਆਉਣਾ ਜੀ, ਕੰਮਾਂ ਧੰਦਾ 'ਚ ਮੇਰਾ ਤਾਂ ਟਾਈਮ ਨਹੀਂ ਲੱਗਦਾ ਜੀ। ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਸਰਪੰਚਾਂ ਨੂੰ? ਬਹੁਤ ਸਾਰੇ ਸਰਪੰਚ ਅਸੀਂ ਦੇਖਦੇ ਹਾਂ ਕਈ ਚੰਗੇ ਰਸੂਖਦਾਰ ਹੁੰਦੇ ਨੇ, ਚੰਗੇ ਘਰਾਂ ਪਰਿਵਾਰਾਂ ਦੇ ਵਿੱਚੋਂ ਹੁੰਦੇ ਨੇ, ਵੱਡੀਆਂ ਕੋਠੀਆਂ ਦੇ ਮਾਲਕ ਹੁੰਦੇ ਨੇ, ਫਿਰ ਸਰਪੰਚੀ ਵੀ ਹਿੱਸੇ ਉਹਨਾਂ ਦੇ ਆਉਂਦੀ ਆ, ਹੈ ਨਾ, ਉਹ ਰਾਜ ਕਰਦੇ ਨੇ। ਪਰ ਇੱਕ ਛੋਟੇ ਜਿਹੇ ਗਰੀਬ ਮਜ਼ਦੂਰ ਤੇ ਹਿੱਸੇ ਜਿਹੜੀ ਜ਼ਿੰਮੇਵਾਰੀ ਸਰਪੰਚੀ ਆਈ ਹੈਗੀ ਆ, ਹੈ ਨਾ, ਤਾਂ ਵੱਡੀ ਜ਼ਿੰਮੇਵਾਰੀ ਵੀ ਹੈ, ਤੇ ਦੂਜੇ ਪਾਸੇ ਤੁਸੀਂ ਆਹ ਕੰਮ ਕਾਜ ਇੰਨਾ ਬੋਝ ਵੀ ਤੁਹਾਡੇ ਸਿਰ ਤੇ ਹੈਗਾ। ਹਾਂਜੀ ਬੋਝ ਹੈਗਾ ਜੀ, ਹੁਣ ਇੱਧਰ ਵੀ ਕਰਨਾ ਪੈਂਦਾ ਜੀ, ਹੁਣ ਗੁਜ਼ਾਰਾ ਤਾਂ ਕਰਨਾ ਹੀ ਹੈ ਜੀ, ਹੁਣ ਕੰਮ ਕਰਕੇ ਹੀ ਜਿਹਨੇ ਗੁਜ਼ਾਰਾ ਹੁੰਦਾ ਜੀ ਫਿਰ। ਹਾਂਜੀ ਤੁਸੀਂ ਦੱਸਿਆ ਕਿ ਸਰਪੰਚੀ ਤੋਂ ਪਹਿਲਾਂ ਵੀ ਤੁਸੀਂ ਆਹੀ ਕੰਮ ਕਰਦੇ ਸੀ, ਹੈ ਨਾ, ਤੇ ਸਰਪੰਚੀ ਤੋਂ ਬਾਅਦ ਵੀ ਆਹ ਕੰਮ ਕਰਦੇ। ਕਦੀ ਹੋਇਆ ਇੱਦਾਂ ਕਿ ਗ੍ਰਾਂਟ ਆਈ ਹੋਵੇ ਤੇ ਕਦੀ ਕਿਹਾ ਹੋਵੇ ਕਿ ਨਹੀਂ ਥੋੜ੍ਹਾ ਜਿਹਾ ਹਿੱਸਾ ਤਾਂ ਰੱਖ ਲਈਏ? ਨਹੀਂ ਜੀ, ਇਸ ਤਰ੍ਹਾਂ ਨਹੀਂ ਹੋਇਆ ਜੀ। ਹਾਂਜੀ ਇਮਾਨਦਾਰੀ ਦੇ ਨਾਲ ਹੀ ਕੰਮ ਕਰਦੇ ਹਾਂ ਜੀ ਆਪਾਂ ਤਾਂ ਆਪਦਾ ਜੀ। ਹਾਂਜੀ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ ਕਿਸ ਨਜ਼ਰ ਨਾਲ ਦਿਖਦਾ ਆ ਸਰਪੰਚ ਬਿੰਦਰ ਸਿੰਘ? ਨਹੀਂ ਆਪਾਂ ਤਾਂ ਜੀ ਆਪਦੇ ਉਹ ਕਰਦੇ ਹਾਂ ਜੀ, ਆਪਾਂ ਉਹ ਦੂਜੇ ਨੂੰ ਨਹੀਂ ਕਹਿ ਸਕਦੇ ਜੀ ਕੁਛ। ਹਾਂਜੀ ਆਪਾਂ ਤਾਂ ਆਪਦੇ ਹਿਸਾਬ ਨਾਲ, ਜਿਵੇਂ ਆਪਾਂ ਆਪਦਾ ਕੰਮ ਕਰਨਾ ਜੀ, ਆਪਾਂ ਤਾਂ ਉਸ ਤਰ੍ਹਾਂ ਹੀ ਕਰਦੇ ਹਾਂ ਜੀ। ਹੋਰ ਸਰਪੰਚਾਂ ਬਾਰੇ ਨਹੀਂ ਜੀ ਆਪਾਂ ਕੁਛ ਕਹਿ ਸਕਦੇ ਜੀ। ਹਾਂਜੀ ਅੱਡੋ ਅੱਡੀ ਆਪਦਾ ਉਹ ਹੁੰਦਾ ਜੀ ਉਹਨਾਂ ਦਾ। ਹਾਂਜੀ ਚਲੋ ਅੱਡੋ ਅੱਡੀ ਢੰਗ ਹੁੰਦਾ ਜੀ, ਕਿਸੇ ਨੇ ਕਿਸੇ ਹਿਸਾਬ ਨਾਲ ਕਰਨਾ ਜੀ ਕੰਮ, ਕਿਸੇ ਨੇ ਕਿਸੇ ਹਿਸਾਬ ਨਾਲ ਜੀ। ਵੈਸੇ ਆਮ ਤੌਰ ਤੇ ਤੁਸੀਂ ਸਰਪੰਚਾਂ ਬਾਰੇ ਸੁਣਿਆ ਕੀ ਹੈਗਾ, ਕਿਵੇਂ ਦੇ ਸਰਪੰਚ ਨੇ? ਬਹੁਤ ਸਾਰੇ ਪਿੰਡਾਂ ਦੇ ਸਰਪੰਚ ਐਵੇਂ ਦੇ ਆ, ਬੜਾ ਸੋਹਣਾ ਵਿਕਾਸ ਕਾਰਜ ਕਰਵਾਇਆ, ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈਗੀ ਆ। ਔਰ ਤੁਹਾਡੇ ਲਾਗੇ ਆ, ਬਠਿੰਡੇ ਦੇ ਲਾਗੇ ਪਿੰਡ ਮੁਕਤਸਰ ਪੈਂਦਾ, ਮੁਕਤਸਰ ਦਾ ਪਿੰਡ ਬੜਾ ਸੋਹਣਾ ਸੱਕਿਆਂ ਵਾਲੀ ਬਣਾਇਆ ਸਰਪੰਚ ਨੇ। ਮੋਗੇ ਦੇ ਮੁੰਡੇ ਵੀ ਬੜਾ ਸੋਹਣਾ ਕੰਮ ਕਰਦੇ ਆ, ਰਣਸੀ ਕਲਾਂ ਦੇ ਬੜੇ ਹੋਰ ਵੀ ਬੜੇ ਸਰਪੰਚ ਨੇ ਲਾਗੇ ਤਾਗੇ ਪਿੰਡਾਂ ਦੇ। ਤੁਸੀਂ ਸਰਪੰਚੀ ਬਾਰੇ ਕਿਹੋ ਜਿਹੀ ਨਿਗਾਹ ਦਿਓ ਕਿ ਸਰਪੰਚ ਕਿਵੇਂ ਦੇ ਕੰਮ ਕਰਦੇ? ਬਸ ਅੱਡੋ ਅੱਡੀ ਆਪਦਾ ਉਹ ਹੁੰਦੇ ਆ ਜੀ, ਬਸ ਜਿਹੜੇ ਹਿਸਾਬ ਨਾਲ ਗ੍ਰਾਂਟ ਆਉਣੀ ਹੈ ਕੰਮ ਤਾਂ ਉਸ ਹਿਸਾਬ ਦੇ ਨਾਲ ਹੀ ਹੋਣੇ ਆ ਜੀ। ਹਾਂਜੀ ਆਪਣਾ ਪਿੰਡ ਛੋਟਾ ਜੀ, ਬਸ ਜਿਹੜੇ ਹਿਸਾਬ ਨਾਲ ਪੈਸਾ ਆਉਂਦਾ ਜੀ ਉਸ ਹਿਸਾਬ ਨਾਲ ਲਾਈ ਜਾਂਦੇ ਆ ਜੀ। ਕਿੰਨੀ ਵਾਰੀ ਪਿੰਡ ਨੂੰ ਗ੍ਰਾਂਟ ਮਿਲ ਚੁੱਕੀ ਹੈ? 3-4 ਕੁ ਵਾਰੀ ਮਿਲੀ ਆ ਜੀ, ਬਸ ਜਿਹੜੇ ਹਿਸਾਬ ਨਾਲ ਮਿਲਿਆ ਜੀ ਪੈਸਾ ਉਸ ਹਿਸਾਬ ਨਾਲ ਲਾਤਾ ਜੀ ਆਪਾਂ ਜੀ। ਹਾਂਜੀ ਹੁਣ ਵੀ ਕੋਈ ਗ੍ਰਾਂਟ ਆਈ ਹੈਗੀ ਹੈ ਪਿੰਡ ਨੂੰ? ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੋਈ ਗ੍ਰਾਂਟ ਮਿਲੀ ਹੈ ਇਸ ਪਿੰਡ ਨੂੰ? ਨਹੀਂ ਜੀ ਹੁਣ ਕੋਈ ਨਹੀਂ ਮਿਲੀ ਜੀ ਹਜੇ ਤੱਕ ਜੀ, ਆਹ ਨਵੀਂ ਸਰਕਾਰ ਨੇ ਕੁਛ ਨਹੀਂ ਦਿੱਤਾ ਜੀ ਹਜੇ। ਲਿਖਿਆ ਤੁਸੀਂ ਕੋਈ ਚਿੱਠੀ ਪੱਤਰ? ਹਾਂਜੀ ਲਿਖ ਕੇ ਦਿੱਤੇ ਆ ਜੀ। ਪਿੰਡ 'ਚ ਜ਼ਿਆਦਾ ਲੋੜ ਕਿਹੜੀ ਚੀਜ਼ ਦੀ ਹੈਗੀ ਹੈ ਕਿ ਹਾਂ ਇਹਦੇ ਲਈ ਗ੍ਰਾਂਟ ਆਉਣੀ ਚਾਹੀਦੀ ਹੈ, ਪਿੰਡ 'ਚ ਆਹ ਚੀਜ਼ ਹੋਣੀ ਚਾਹੀਦੀ ਹੈ? ਪਿੰਡ 'ਚ ਕਿੱਥੇ ਅਧੂਰਾਪਨ ਹੈਗਾ ਆ? ਬਸ ਕੰਮ ਤਾਂ ਜੀ ਹੁਣ ਹੁੰਦੇ ਹੀ ਆ ਜੀ, ਵਾਹਵਾ ਪਏ ਆ ਜੀ ਕੰਮ ਤਾਂ ਜੀ ਕਰਨ ਵਾਲੇ ਜੀ ਹਜੇ। ਹਾਂਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਪਿੰਡ 'ਚ ਬਣਨ ਵਾਲੀਆਂ ਕਿ ਇਹ ਪਿੰਡ 'ਚ ਚੀਜ਼ਾਂ ਬਣਾਉਣੀਆਂ ਜ਼ਰੂਰੀ ਨੇ, ਇਹਨਾਂ ਲਈ ਗ੍ਰਾਂਟ ਵੀ ਚਾਹੀਦੀ ਹੈਗੀ ਹੈ? ਹਾਂਜੀ ਜੋ ਕੰਮ ਆਪਣਾ ਜੀ ਕੁਛ ਤਾਂ ਕਰਵਾਤੇ ਜੀ, ਬਹੁਤ ਸਾਰੇ ਕੰਮ ਤਾਂ ਜੀ ਕੁਛ ਜਿਹੜੇ ਰਹਿੰਦੇ ਆ ਜੀ ਉਹ ਚੱਲੀ ਜਾਂਦੇ ਜੀ, ਕਰਵਾ ਦਿਆਂਗੇ ਜੀ ਹੁਣ ਜੀ। ਹਾਂਜੀ ਕਿਹੜੇ ਕਿਹੜੇ ਕੰਮ ਕਰਵਾ ਚੁੱਕੇ ਹੋ? ਇਹ ਤੋਂ ਪਹਿਲਾਂ ਜੀ ਸਕੂਲ ਦੀ 4 ਦੀਵਾਰੀ ਕਰਾਈ ਆ ਜੀ, ਦੋਨੇ ਸਕੂਲਾਂ ਦੇ ਵਿੱਚ ਫਰਸ਼ ਲਵਾਤੀ ਜੀ। ਸ਼ਮਸ਼ਾਮ ਘਾਟ ਦੇ ਵਿੱਚ ਮੇਜ਼ ਜੋ ਕੁਰਸੀਆਂ ਹੁੰਦੀਆਂ ਜੀ ਉਹ ਲਵਾਤੀਆਂ ਸੀਗੀਆਂ ਜੀ। ਕੁਛ ਗਲੀਆਂ ਬਣਵਾਤੀਆਂ ਜੀ, ਕੁਛ ਬਣਾਉਣ ਵਾਲੀਆਂ ਰਹਿੰਦੀਆਂ ਜੀ ਹਜੇ। ਹਾਂਜੀ ਕੁਛ ਪਖਾਨੇ ਬਣਾਤੇ ਜੀ 40 ਕੁ ਆਪਣੇ ਘਰਾਂ ਦੇ ਵਿੱਚ ਜੀ। ਇੱਕ ਸਾਂਝੇ ਪਖਾਨੇ ਬਣਾਏ ਜੀ ਧਰਮਸ਼ਾਲਾ ਦੇ ਵਿੱਚ। ਉਹ ਜੋ ਰਹਿੰਦਾ ਜੀ ਕੰਮ ਕਰਾਈ ਜਾਂਦੇ ਜੀ। ਜੀ ਬਿਲਕੁਲ ਸਰਪੰਚ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਘਰ ਦੀ ਗਰੀਬੀ ਦੇ ਆਰਥਿਕ ਪੱਖੋਂ ਤੁਸੀਂ ਬੜੇ ਗਰੀਬ ਹੋ ਹੈਗੇ ਹੋ, ਹੈ ਨਾ, ਬੜਾ ਮੁਸ਼ਕਲ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ। ਤੁਹਾਡੀ ਪਤਨੀ ਜਿਹੜੀ ਦਿਹਾੜੀ ਕਰਦੀ ਹੈ, ਤੁਸੀਂ ਵੀ ਦਿਹਾੜੀ ਹੋ। 20 ਰੁਪਏ ਕੀ ਹੁੰਦੇ ਨੇ? 20 ਰੁਪਏ ਮੈਨੂੰ ਲੱਗਦਾ ਕਿ ਸਬਜ਼ੀ ਵੀ ਲੈਣ ਜਾਓਗੇ ਤਾਂ ਸਬਜ਼ੀ ਵੀ ਤੁਹਾਨੂੰ ਨਹੀਂ ਮਿਲਣੀ ਹੈਗੀ ਕਿ ਇੰਨੇ ਮਹਿੰਗੇ ਪਿਆਜ਼ ਤੇ ਆਲੂ ਹੀ ਹੋ ਗਏ ਹੈਗੇ ਨੇ, ਤੇ ਇਹ ਬੜਾ ਔਖਾ ਘਰ ਦਾ ਗੁਜ਼ਾਰਾ ਚੱਲਦਾ ਹੈ। ਤਾਂ ਕਿਵੇਂ ਸਾਰਾ ਕੁਝ ਕਰਦੇ ਹੋ ਤੁਸੀਂ ਮੈਨੇਜ? ਬਸ ਕਰਨਾ ਪੈਂਦਾ ਜੀ, ਮਾਲਕ ਹੀ ਹੈ ਜੋ ਕਰੀ ਜਾਂਦਾ ਜੀ, ਬਸ ਕਰਾਈ ਜਾਂਦਾ ਜੀ। 4 ਸਵੇਰੇ ਜੀ ਉਹੀ ਹੈ ਜੀ। ਸਾਡੇ ਬਹੁਤ ਸਾਰੇ ਪੰਜਾਬੀ ਵੀਰ ਨੇ, ਬੇਸ਼ੱਕ ਮੈਂ ਕਹਿਣਾ ਚਾਹਾਂਗੀ ਉਹਨਾਂ ਨੂੰ, ਬਹੁਤ ਸਾਰੇ NRI ਵੀਰ ਹੈਗੇ ਨੇ ਜਿਹੜੇ ਬਹੁਤ ਸਾਡੇ ਚੈਨਲ ਦੇ ਜ਼ਰੀਏ ਇੰਟਰਵਿਊਜ਼ ਦੇ ਕੇ ਹੈਲਪ ਵੀ ਕਰਦੇ ਨੇ, ਮਦਦ ਵੀ ਕਰਦੇ ਨੇ। ਬੇਸ਼ੱਕ ਪਿੰਡ ਦੀ ਜ਼ਿੰਮੇਵਾਰੀ ਮੋਢਿਆਂ ਦੇ ਉੱਪਰ ਹੈਗੀ ਆ, ਲੋਕਾਂ ਨੇ ਇਹਨਾਂ ਨੂੰ ਵੋਟ ਪਾ ਕੇ ਚੁਣਿਆ ਕਿਉਂਕਿ ਇਹਨਾਂ ਦੀ ਇਮਾਨਦਾਰੀ ਸੀ। ਇਮਾਨਦਾਰੀ ਕਿਵੇਂ ਕਿ ਇੱਥੇ ਵੀ ਸਰਪੰਚੀ ਬੇਸ਼ੱਕ ਹੈਗੀ, ਸਰਪੰਚੀ ਤੋਂ ਪਹਿਲਾਂ ਇੱਥੇ ਪੈਂਚਰ ਲਵਾਇਆ ਕਰਦੇ ਸੀ, ਫਿਰ ਸਵੇਰੇ ਉੱਠ ਕੇ ਅਖਬਾਰਾਂ ਵੇਚਣ ਜਾਇਆ ਕਰਦੇ ਨੇ, ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਨਾਲ ਸੇਵਾ ਪਾਣੀ ਕਰਨੀ ਹੈ। ਔਰ ਜਦੋਂ ਹਾੜੀ ਸੌਣ ਦਾ ਸੀਜ਼ਨ ਆਉਂਦਾ ਉੱਥੇ ਪਾਣੀ ਪਿਆਉਂਦੇ ਜਾ ਕੇ ਸਾਰਿਆਂ ਨੂੰ। ਤਾਂ ਇਹ ਜਿਹੜੇ ਚੰਗੇ ਕਾਰਜ ਹੈਗੇ ਨੇ, ਇਹਨਾਂ ਕਾਰਜਾਂ ਦੇ ਕਰਕੇ ਇਸ ਸਰਪੰਚ ਸਾਹਿਬ ਨੂੰ ਲੋਕਾਂ ਨੇ ਵੋਟ ਪਾ ਕੇ ਚੁਣਿਆ ਕਿ ਇਹਨਾਂ ਨੂੰ ਚੁਣਨਾ ਚਾਹੀਦਾ ਹੈ ਤਾਂ ਕਿ ਪਿੰਡ ਦੇ ਜਿਹੜੇ ਵਿਕਾਸ ਨੇ ਉਹ ਸਹੀ ਹੋ ਜਾਣਗੇ। ਪਰ ਹੌਲੀ ਹੌਲੀ ਜਦੋਂ ਸਮਾਂ ਐਵੇਂ ਦਾ ਆਇਆ ਕਿ ਘਰ ਦੇ ਵਿੱਚ ਪਹਿਲਾਂ ਹੀ ਗਰੀਬੀ ਬੜੀ ਆ, ਤਾਂ ਜ਼ਿੰਮੇਵਾਰੀ ਮੋਢਿਆਂ ਦੇ ਵਿੱਚ ਰੱਖੀ। ਬੇਸ਼ੱਕ ਮੋਢਿਆਂ 'ਤੇ ਜ਼ਿੰਮੇਵਾਰੀ ਹੈਗੀ ਹੈ, ਪਰ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਤੁਸੀਂ ਜੇ ਸਾਥ ਦਿਓਗੇ ਤਾਂ ਇਹਨਾਂ ਦੀਆਂ 5 ਧੀਆਂ ਨੇ, ਪੜ੍ਹਦੀਆਂ ਨੇ ਬੇਟੀਆਂ ਸਾਰੀਆਂ ਜਾਂ ਪੜ੍ਹਾਉਣ ਵਾਲੀ? ਹਾਂਜੀ ਪੜ੍ਹਦੀਆਂ ਜੀ। ਇੱਕ ਵੱਡੀ ਕੁੜੀ +1 'ਚ ਆ ਜੀ, ਉਦੋਂ ਛੋਟੀ 10ਵੀਂ 'ਚ ਆ ਜੀ, ਇੱਕ 7ਵੀਂ 'ਚ ਆ ਜੀ, ਇੱਕ 5ਵੀਂ 'ਚ ਪੜ੍ਹਦੀ ਹੈ। ਸਾਰਿਆਂ ਤੋਂ ਛੋਟੀ 1ਲੀ ਕਲਾਸ 'ਚ ਆ ਜੀ। ਫਿਰ ਕੋਈ ਕਰਜ਼ਾ ਤਾਂ ਨਹੀਂ ਹੈਗਾ ਸਿਰ ਤੇ? ਕਰਜ਼ਾ ਹੈਗਾ ਜੀ।
1.5 ਲੱਖ ਦਾ ਕਰਜ਼ਾ ਹੈਗਾ ਜੀ ਆਪਣੇ ਸਿਰ ਜੀ। ਹਾਂਜੀ 1.5 ਲੱਖ ਦਾ ਕਰਜ਼ਾ। ਤੇ ਬੇਟੀਆਂ ਦੀ ਫਿਰ ਫੀਸ ਤਾਂ ਕਿੱਦਾਂ, ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਹੋ? ਹਾਂਜੀ ਸਰਕਾਰੀ ਸਕੂਲਾਂ 'ਚ ਆ ਜੀ ਸਰ, ਪੰਜੇ ਕੁੜੀਆਂ ਜੀ। ਦੇਖੋ ਕਿ ਬੇਟਾ ਵੀ ਨਹੀਂ ਹੈ, 5 ਬੇਟੀਆਂ ਨੇ ਔਰ ਸਰਕਾਰੀ ਸਕੂਲ 'ਚ ਪੜ੍ਹਦੀਆਂ ਨੇ। ਚਲੋ ਸਰਕਾਰੀ ਸਕੂਲ ਦਾ ਮੰਨ ਲੈਂਦੇ ਕਿ ਖਰਚਾ ਘੱਟ ਹੁੰਦਾ ਹੈ, ਪਰ ਘਰ 'ਚ ਡੇਲੀ ਰੂਟੀਨ ਜਦੋਂ ਅਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਘਰ 'ਚ ਬੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਤੇ ਤੁਹਾਡੀ ਮਦਦ ਦੀ ਬਿਲਕੁਲ ਇਹਨਾਂ ਨੂੰ ਲੋੜ ਹੈ। ਤਾਂ ਕੀ ਕਹਿਣਾ ਚਾਹੋਗੇ, ਕਿਉਂਕਿ ਸਾਰੇ ਪੰਜਾਬੀ ਤੁਹਾਡੇ ਵੱਲ ਨੇ ਔਰ ਬਹੁਤ ਸਾਰੇ ਪੰਜਾਬੀ ਹੈਲਪ ਵੀ ਕਰਦੇ ਨੇ, ਮਦਦ ਵੀ ਕਰਦੇ ਨੇ। ਹਾਂਜੀ ਆਪਾਂ ਤਾਂ ਇਹੀ ਕਹਿੰਦੇ ਜੇ ਕੋਈ ਮਦਦ ਕਰਨੀ ਚਾਹੁੰਦਾ ਜੀ ਕੁੜੀਆਂ ਦੀ ਕਰ ਸਕਦਾ ਜੀ, ਕੁੜੀਆਂ ਦੀ ਪੜ੍ਹਾਈ ਵਾਸਤੇ ਜੀ। ਹਾਂਜੀ ਵਿਆਹ ਵੀ ਕਰਨੇ ਜੀ ਹੁਣ ਇਦੋਂ ਹਾਂ ਮੂਹਰੇ ਜੀ, ਜੇ ਕੋਈ ਕਰਨੀ ਚਾਹੁੰਦਾ ਤਾਂ ਜਣੇ ਕਰ ਸਕਦਾ ਜੀ ਹੈਲਪ। ਮੈਂ ਚਾਹੁੰਦੀ ਕਿ ਆਪਣਾ ਨੰਬਰ ਤੁਸੀਂ ਜ਼ਰੂਰ ਇੱਕ ਵਾਰ ਬੋਲ ਦਿਓ, ਤੁਹਾਡਾ ਪਿੰਡ ਦਾ ਨਾਮ ਪੂਰਾ ਦੱਸ ਦਿਓ। ਪਿੰਡ ਆਪਣਾ ਬੁਰਜ ਡੱਲਾ ਹੈ ਜੀ, ਨਾਂ ਬਿੰਦਰ ਸਿੰਘ ਹੈ ਜੀ। ਫੋਨ ਨੰਬਰ ਹੈਗਾ ਜੀ 98553 ਜੀ 19247 ਜੀ। ਬਿਲਕੁਲ ਜੀ, ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਮੇਨ ਤੁਹਾਨੂੰ ਦੱਸ ਦਿੰਦੇ ਆ ਕਿ ਕਲਿਆਣ ਸੁੱਖਾ ਜਿਹੜਾ ਪਿੰਡ ਹੈ, ਇੱਥੇ ਇਹਨਾਂ ਦੀ ਜਿਹੜੀ ਪੈਂਚਰਾਂ ਦੀ ਦੁਕਾਨ ਹੈ ਔਰ ਇਹਨਾਂ ਦਾ ਜਿਹੜਾ ਘਰ ਹੈ, ਜਿੱਥੇ ਰਿਹਾਇਸ਼ ਹੈ, ਜਿੱਥੇ ਬੇਟੀਆਂ ਦੀ ਪੜ੍ਹਾਈ ਲਈ ਇਹਨਾਂ ਨੇ ਮਦਦ ਮੰਗੀ। ਇਹਨਾਂ ਨੇ ਆਪਣੇ ਲਈ ਕੁਝ ਨਹੀਂ ਮੰਗਿਆ ਕਿ ਮੇਰੀ ਮਦਦ ਕਰੋ, ਮੇਰਾ ਕਰਜ਼ਾ ਲਾਓ। ਇਹਨਾਂ ਨੇ ਕਿਹਾ ਕਿ ਮੇਰੀ ਬੇਟੀਆਂ ਦੀ ਪੜ੍ਹਾਈ ਜਿਹੜੀ ਹੈ ਉਹ ਹੋ ਜਾਏ ਤਾਂ ਚੰਗੀ ਗੱਲ ਹੈ। ਔਰ ਦੱਸ ਦਿੰਦੇ ਆ ਕਿ ਇਹਨਾਂ ਦਾ ਜਿਹੜਾ ਪਿੰਡ ਉਹ ਬੁਰਜ ਡੱਲਾ ਪਿੰਡ ਪੈਂਦਾ ਆ ਔਰ ਇਹ ਬਠਿੰਡੇ ਦੇ ਬਿਲਕੁਲ ਲਾਗੇ ਆ। ਨਥਾਣਾ ਤਹਿਸੀਲ ਪੈਂਦੀ ਹੈ। ਹਾਂਜੀ, ਤਾਂ ਤਹਿਸੀਲ ਇਹਨਾਂ ਦੀ ਜਿਹੜੀ ਹੈ ਉਹ ਨਥਾਣਾ ਪੈਂਦੀ ਹੈ। ਤੁਸੀਂ ਆਉਣਾ ਚਾਹੁੰਦੇ ਹੋ ਤਾਂ ਬੁਰਜ ਡੱਲਾ ਪਿੰਡ ਹੈ। ਨੰਬਰ ਤੁਹਾਨੂੰ ਸਕਰੀਨ ਥੱਲੇ ਵੀ ਚੱਲਦਾ ਮਿਲ ਜਾਏਗਾ ਕਿ ਤੁਸੀਂ ਸੰਪਰਕ ਵੀ ਇਹਨਾਂ ਦੇ ਨਾਲ ਕਰ ਸਕਦੇ ਹੋ, ਕਿਉਂਕਿ ਤੁਹਾਡੀ ਮਦਦ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦੀ ਹੈ। ਹਾਲਾਂਕਿ ਕੋਈ ਪਿੰਡ ਵਾਲਿਆਂ ਨੇ ਨਹੀਂ ਕਦੇ ਕਿਹਾ ਕਿ ਬੇਸ਼ੱਕ ਜ਼ਿੰਮੇਵਾਰੀ ਮੋਢਿਆਂ 'ਤੇ ਤੁਹਾਡੀ ਹੀ, ਤੁਹਾਡੇ ਤੋਂ ਕੰਮ ਵੀ ਲੈਂਦੇ ਆ। ਕਦੀ ਕਿਸੇ ਨੇ ਕਿਹਾ ਨਹੀਂ ਕਿ ਹਾਂ ਅਸੀਂ ਵੀ ਹੈਲਪ ਕਰ ਦਿੰਦੇ ਹਾਂ ਗਰੀਬੀ ਵੇਖ ਕੇ? ਨਹੀਂ ਜੀ ਹਜੇ ਤੱਕ ਨਹੀਂ ਕਿਹਾ ਜੀ ਕਿਸੇ ਨੇ ਜੀ। ਹਾਂਜੀ ਸੋ ਲੋੜ ਹੈ ਕਿ ਇਹਨਾਂ ਦੇ ਪਿੰਡ ਵਾਲਿਆਂ ਨੂੰ ਵੀ ਪਹਿਲ ਕਦਮੀ ਕਰਨ ਦੀ, ਕਿ ਜੇਕਰ ਘਰ ਦੇ ਵਿੱਚ ਗਰੀਬੀ ਹੈ ਤਾਂ ਉਹ ਵੀ ਜ਼ਰੂਰ ਮਦਦ ਕਰਨ। ਇਹ ਨਹੀਂ ਹੈ ਕਿ ਸਰਪੰਚੀ ਹਿੱਸੇ ਆ ਗਈ ਤਾਂ ਸ਼ਾਇਦ ਬੜਾ ਕੁਝ ਮਿਲ ਗਿਆ ਹੈਗਾ। ਤਾਂ ਤੁਹਾਡੀ ਪਹਿਲ ਕਦਮੀ ਬੜੀ ਜ਼ਰੂਰੀ ਹੈ। ਘਰ ਤੁਸੀਂ ਆਪ ਹੀ ਵੇਖ ਲਿਆ ਜਾ ਕੇ, ਸ਼ਾਇਦ ਪਿੰਡ ਵਾਲਿਆਂ ਨੇ ਤਾਂ ਦੇਖਿਆ ਹੀ ਹੈਗਾ ਘਰ ਪਿੰਡ ਸਰਪੰਚ ਦਾ। ਤਾਂ ਘਰ ਵੀ ਤੁਹਾਨੂੰ ਤਸਵੀਰਾਂ 'ਚ ਅਸੀਂ ਦਿਖਾਤਾ ਕਿਵੇਂ ਦਾ ਬਣਿਆ ਹੋਇਆ ਹੈ ਔਰ ਕੱਚਾ, ਪਹਿਲਾਂ ਗੇਟ ਵੀ ਤੁਹਾਨੂੰ ਲੱਕੜ ਦਾ ਹੀ ਮਿਲੇਗਾ ਤੇ ਥੋੜਾ ਟੁੱਟਿਆ ਵੀ ਹੋਇਆ ਗੇਟ। ਤੇ ਘਰ ਦੇ ਵਿੱਚ 5 ਧੀਆਂ ਨੇ, ਉਹਨਾਂ ਧੀਆਂ ਦੇ ਮੂੰਹ ਨੂੰ ਵੇਖਦੇ ਹੋਏ ਤੁਸੀਂ ਮਦਦ ਇੱਕ ਵਾਰ ਜ਼ਰੂਰ ਕਰਿਓ। ਆਹ ਨੰਬਰ ਹੈ, ਇਸ ਨੰਬਰ ਤੇ ਸਰਪੰਚ ਬਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਤੇ ਸ਼ੁਕਰੀਆ ਸਰਪੰਚ ਸਾਹਿਬ, ਤੁਸੀਂ ਆਪਦੇ ਕੰਮ ਛੱਡ ਕੇ ਸਾਨੂੰ ਥੋੜਾ ਸਮਾਂ ਦਿੱਤਾ। ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ ਜੀ ਜੋ ਆਇਆ ਜੀ, ਸਾਨੂੰ ਮੌਕਾ ਦਿੱਤਾ ਜੀ ਸੇਵਾ ਦਾ ਜੀ, ਗੱਲਬਾਤ ਕਰਨ ਦਾ ਜੀ। ਚੰਡੀਗੜ੍ਹ ਤੋਂ ਚੱਲ ਕੇ ਆਏ ਤੁਸੀਂ ਵੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ ਜੀ। ਧੰਨਵਾਦ ਜੀ। ਸੋ ਬਿਲਕੁਲ ਜੀ, ਇਹ ਸਨ ਸਰਪੰਚ ਬਿੰਦਰ ਸਿੰਘ। ਇਹਨਾਂ ਦੀ ਕਹਾਣੀ ਤੁਹਾਨੂੰ ਦੱਸੀ ਹੈ ਕਿ ਪਿੰਡ ਤੇ ਜਿੱਥੇ ਸਰਪੰਚੀ ਵੀ ਮੋਢਿਆਂ ਦੇ, ਪਿੰਡ ਦੀ ਜ਼ਿੰਮੇਵਾਰੀ ਮੋਢਿਆਂ ਤੇ ਆ, ਉੱਥੇ ਪਰਿਵਾਰ ਸਭ ਤੋਂ ਪਹਿਲਾਂ ਹੈ। ਜੇ ਟੱਬਰ ਦਾ ਢਿੱਡ ਭਰਨਾ ਬੜਾ ਜ਼ਰੂਰੀ ਹੈ। ਦੋਨੇ ਮੀਆਂ ਬੀਵੀ ਦਿਹਾੜੀ ਕਰਦੇ ਨੇ ਔਰ ਨਿਗੁਣੀ ਜੀ ਤਨਖਾਹ, ਇੱਕ ਦਿਨ ਦੇ 282 ਰੁਪਏ। ਤੁਸੀਂ ਦੱਸੋ ਕਿੰਨੇ ਕੁ ਹੁੰਦੇ ਨੇ? ਤਾਂ ਅਸੀਂ 282 ਰੁਪਏ ਨਾਲ ਕਿੰਨੀ ਕੁ ਜਿਹੜੀ ਹੈ ਘਰ ਦਾ ਖਰਚਾ ਚਲਾ ਸਕਦੇ ਹਾਂ। ਤਾਂ ਤੁਹਾਡੀ ਮਦਦ ਦੀ ਲੋੜ ਹੈ। ਆਓ ਰਲ ਕੇ ਸਾਰੇ ਅਸੀਂ ਹੰਬਲਾ ਜ਼ਰੂਰ ਮਾਰੀਏ। ਸਹਿਯੋਗੀ ਸਾਥੀ ਕ੍ਰਿਸ਼ਨ ਕੁਮਾਰ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।